साहिब जी जो भावै त्यों राख लै। हम शरण प्रभ आए राम राजे। हम भूल बिगाड़ दिनस रात। हर लाज रखाए। हम बारक तू गुर पिता है। दे मत समझाए। जन नानक दास हर कांडिया। हर पैज रखाए। मन तन बलिहारी दरसारी। कोट कोट बंदन नमस्कारा। बारंबार जाओ लखवारी। पूरन पित गुरु राम हमारा। सगल द्वार को छाड़ कै। गहयो तुहारो द्वार। बाहें गहे की लाज अस। गोबिंद दास तुहार। बाहें गहे की लाज अस। गोबिंद दास तुहार। राजान राज सतगुरु पानान पान सतगुरु। देवान देव उपमा महान सतगुरु। धन धन सतगुरु गुरु हरकृष्ण साहिब सच्चे पातशाह जी महाराज। तिन्हां दे पावन पवित्र अस्थान गुरुद्वारा बंगला साहिब विखे धन धन सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर आप सब संगतां अमृत वेले तो जुड़ करके नाम दा आनंद मान रहे हो। सतगुरु गुरु हरकृष्ण साहिब सच्चे पातशाह ने बेअंत रहमत की तरस किया जो कि सुभागियां घड़ियां बख्शियां अपनी पावन पवित्र गोद का आनंद मानण दे लई। आओ खालसा जी इन्हां घड़ियां नूं लेखे विच लियाईए। गुर शब्द दी विचार दे राही धन सतगुरु गुरु हरकृष्ण साहिब सच्चे पातशाह जी दे सन्मुख अपने मन की बिहबलता बयान करिए। धन सतगुरु गुरु हरकृष्ण साहिब सच्चे पातशाह दे दरों घरों शब्द दे विचार दे राही अपनियां झोलियां भराउण दा यतन करिए। बेनती है विचार आरंभ करन तो पहला एक बार सतगुरु गुरु ग्रंथ साहिब महाराज नूं नमस्कार करिए। कहण तो मुराद कलगीधर पातशाह जी का बख्शिया फतेह का नारा बुलंद करिए। इतनी के भावना दे नाल प्रेम दे नाल सतगुरु गुरु ग्रंथ साहिब जी नूं फतेह बुलाइए कि सचमुच साडी रूह नूं धन गुरु हरकृष्ण साहिब सच्चे पातशाह की मौजूदगी महसूस हो जाए। बड़े ही प्रेम दे नाल साहिबां नूं सीस नवाउंदे होए दोनों हाथ जोड़ के उचारण करो जी। वाहिगुरु जी का खालसा वाहिगुरु जी की फतेह। गुरु स्वरूप गुरु खालसा साध संगत जी इस पावन पवित्र अस्थान तो धन धन सतगुरु श्री गुरु ग्रंथ साहिब महाराज सच्चे पातशाह जी दी पावन पवित्र बाणी दी लड़ीवार विचार आप सब संगतां सरवण करते हो। सतगुरु श्री गुरु ग्रंथ साहिब महाराज सच्चे पातशाह जी की बाणी की अज की जो विचार है वो शब्द आप जी ने कानड़े की वार दे विचों सिंह साहब जी पासों सरवण किया। अज दे इस पावन पवित्र शब्द दे विच
ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੱਖ ਦੇ ਉੱਤੇ ਬਖਸ਼ਿਸ਼ ਕਰਦੇ ਨੇ ਔਰ ਸਮਝਾਉਂਦੇ ਨੇ ਕਿ ਜੇਕਰ ਜੀਵਨ ਦੇ ਵਿੱਚ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਜੇ ਜੀਵਨ ਦੇ ਵਿੱਚ ਗੁਰੂ ਘਰ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਤੇ ਇਨ੍ਹਾਂ ਘੜੀਆਂ ਨੂੰ ਸਫਲ ਬਣਾਉਣਾ ਚਾਹੁੰਦਾ ਤੇ ਫਿਰ ਇੱਕ ਅੰਮ੍ਰਿਤ ਨੂੰ ਚੁਗਣਾ ਸ਼ੁਰੂ ਕਰ। ਕਿਉਂਕਿ ਪਿਆਰ ਵਾਲਿਓ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਇੱਕ ਬਚਨ ਬੜਾ ਸੋਹਣਾ ਹੈ। ਸਤਿਗੁਰੂ ਨੇ ਇਸ ਇਨਸਾਨ ਦੀ ਜੀਵਨ ਯਾਤਰਾ ਦੇ ਉੱਤੇ ਝਾਤ ਪਾਈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮਝਾਇਆ ਕਿ ਇਨਸਾਨ ਦੀ ਯਾਤਰਾ ਕੀ ਹੈ ਤੇ ਇਸ ਯਾਤਰਾ ਦਾ ਮੁਕੰਮਲ ਹੋਣਾ ਕੀ ਹੈ, ਇਨਸਾਨ ਦੀ ਮੰਜ਼ਿਲ ਕੀ ਹੈ। ਬਚਨ ਨੇ ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗਹੇ ਗੁਰ ਸ਼ਬਦ ਨਿਵਾਸਾ। ਸਤਿਗੁਰੂ ਕਹਿੰਦੇ ਇਹ ਕਾਇਆ, ਇਹ ਸਰੀਰ ਇੱਕ ਬਿਰਖ ਹੈ, ਇੱਕ ਰੁੱਖ ਹੈ। ਤੇ ਜਿਸ ਤਰ੍ਹਾਂ ਇੱਕ ਰੁੱਖ ਦੇ ਉੱਤੇ ਪੰਛੀ ਆਉਂਦੇ ਨੇ, ਪੰਛੀ ਆ ਕਰਕੇ ਰੁੱਖ ਦੀਆਂ ਟਾਹਣੀਆਂ ਤੇ ਬੈਠਦੇ ਆ, ਦਾਣੇ ਚੁਗਦੇ ਆ, ਤ੍ਰਿਪਤ ਹੁੰਦੇ ਨੇ, ਆਪਣੀ ਯਾਤਰਾ ਸਫਲ ਕਰਦੇ ਨੇ। ਇਸੇ ਤਰ੍ਹਾਂ ਤੇਰੀ ਆਤਮਾ ਰੂਪੀ ਪੰਛੀ ਦੀ ਵੀ ਇੱਕ ਯਾਤਰਾ ਹੈ ਤੇ ਇਸ ਆਤਮਾ ਦੇ ਪੰਛੀ ਨੂੰ ਰੁੱਖ ਮਿਲਿਆ ਹੋਇਆ ਹੈ ਸਰੀਰ ਦਾ। ਸਰੀਰ ਦੇ ਰੁੱਖ ਦੇ ਉੱਤੇ ਆਤਮਾ ਰੂਪੀ ਪੰਛੀ ਆ ਕਰਕੇ ਬੈਠ ਚੁੱਕਿਆ, ਭਾਵ ਕਿ ਜਨਮ ਹੋਇਆ ਇਨਸਾਨ ਦਾ ਧਰਤੀ ਦੇ ਉੱਤੇ। ਪਰ ਉਹ ਜਨਮ ਕਿਉਂ ਹੋਇਆ? ਜੇ ਜੀਵਨ ਮਿਲਿਆ ਹੈ ਤੇ ਇਸ ਦਾ ਮਕਸਦ ਕੀ ਹੈ, ਮੰਜ਼ਿਲ ਕੀ ਹੈ? ਸਤਿਗੁਰੂ ਕਹਿੰਦੇ ਇੱਕ ਪੰਛੀ ਰੁੱਖ ਦੀ ਟਾਹਣ ਤੇ ਬਹਿੰਦਾ ਦਾਣਾ ਚੁਗਣ ਦੇ ਲਈ। ਇਹ ਗੁਰੂ ਕਿਹਾ ਸਿੱਖਾ, ਇਨਸਾਨ ਨੂੰ ਜੀਵਨ ਮਿਲਿਆ ਹੈ, ਇਹ ਸਰੀਰ ਮਿਲਿਆ ਹੈ ਰੁੱਖ ਦੀ ਨਿਆਈ ਕਾਹਦੇ ਵਾਸਤੇ? ਕਹਿੰਦੇ ਅੰਮ੍ਰਿਤ ਚੁਗਣ ਵਾਸਤੇ। ਅੰਮ੍ਰਿਤ ਚੁਗਹੇ ਗੁਰ ਸ਼ਬਦ ਨਿਵਾਸਾ। ਪਰ ਖਾਲਸਾ ਜੀ ਉਹ ਅੰਮ੍ਰਿਤ ਦੀ ਪ੍ਰਾਪਤੀ ਕਿੱਥੋਂ ਹੋਵੇਗੀ? ਅੰਮ੍ਰਿਤ ਕੀ ਹੈ? ਤੇ ਸਤਿਗੁਰੂ ਕਹਿੰਦੇ ਅੰਮ੍ਰਿਤ ਚੁਗਹੇ ਗੁਰ ਸ਼ਬਦ ਨਿਵਾਸਾ। ਇਸ ਅੰਮ੍ਰਿਤ ਦਾ ਨਿਵਾਸ ਹੈ ਗੁਰੂ ਦੇ ਸ਼ਬਦ ਦੇ ਵਿੱਚ। ਗੁਰੂ ਦੇ ਸ਼ਬਦ ਦੇ ਵਿੱਚ ਇਹ ਅੰਮ੍ਰਿਤ ਵਰਤਦਾ ਹੈ, ਅੰਮ੍ਰਿਤ ਵਸਿਆ ਹੋਇਆ ਹੈ। ਇਸੇ ਅੰਮ੍ਰਿਤ ਦੇ ਕਾਰਨ ਹੀ ਜਨਮ ਹੋਇਆ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸਤਿਗੁਰੂ ਨੇ ਕਿਹਾ ਕਿ ਜਿਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦੇ ਲਈ ਇਹ ਇਨਸਾਨ ਤੇਰਾ ਜਨਮ ਹੋਇਆ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਦੇ ਕੋਲ ਹੈ, ਗੁਰੂ ਦੇ ਸ਼ਬਦ ਦੇ ਵਿੱਚ ਵਸਿਆ ਹੋਇਆ। ਹੁਣ ਯਤਨ ਇਹ ਕਰ ਕਿ ਛੋਡੋ ਵੇਸ ਭੇਖ ਚਤੁਰਾਈ, ਬਾਹਰਲੇ ਧਾਰਮਿਕ ਲਿਬਾਸ ਛੱਡ, ਬਾਹਰਲੇ ਲਿਬਾਸ ਦੀ ਕੱਟੜਤਾ ਛੱਡ। ਛੋਡੋ ਵੇਸ ਭੇਖ ਚਤੁਰਾਈ, ਆਪਣੇ ਮਤ ਦੀ ਚਤੁਰਾਈ ਸਿਆਣਪਾਂ ਛੱਡ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬਾਹਰਲੀਆਂ ਸਿਆਣਪਾਂ ਛੱਡ ਕੇ ਗੁਰ ਸ਼ਬਦ ਦੀ ਵਿਚਾਰ ਦੇ ਰਾਹੀਂ ਉਸ ਅੰਮ੍ਰਿਤ ਨੂੰ ਲੱਭਣ ਦਾ ਯਤਨ ਕਰ ਕਿ ਸੱਚਮੁੱਚ ਤੇਰੀ ਜ਼ਿੰਦਗੀ ਸੁਹਾਵਣੀ ਬਣ ਜਾਵੇ, ਤੈਨੂੰ ਤੇਰੇ ਜੀਵਨ ਦਾ ਮਨੋਰਥ ਮਿਲ ਜਾਵੇ। ਤੇ ਪਿਆਰ ਵਾਲਿਓ, ਅੱਜ ਉਸ ਅੰਮ੍ਰਿਤ ਤੋਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਾਣੂ ਕਰਾਉਂਦੇ ਨੇ ਕਿ ਉਹ ਅੰਮ੍ਰਿਤ ਕੀ ਹੈ, ਜਿਸ ਅੰਮ੍ਰਿਤ ਨੂੰ ਪੀ ਕਰਕੇ ਸੱਚਮੁੱਚ ਆਤਮਿਕ ਜੀਵਨ ਮਿਲਦਾ ਹੈ। ਖਾਲਸਾ ਜੀ, ਦੋ ਗੱਲਾਂ ਨੇ। ਸੰਸਾਰ ਦੇ ਵਿੱਚ ਧਰਤੀ ਦੇ ਉੱਤੇ ਜਦੋਂ ਜਨਮ ਹੁੰਦਾ ਹੈ ਇਨਸਾਨ ਦਾ, ਇੱਥੇ ਪਹਿਲਾਂ ਜੀਵਨ ਹੈ, ਪਹਿਲਾਂ ਜਨਮ ਹੈ ਤੇ ਬਾਅਦ ਵਿੱਚ ਮੌਤ ਹੈ। ਪਹਿਲਾਂ ਜਨਮ ਹੋਏਗਾ ਤੇ ਬਾਅਦ ਵਿੱਚ ਮੌਤ ਹੋਵੇਗੀ। ਪਰ ਅਧਿਆਤਮਿਕ ਮੰਡਲ ਦੇ ਵਿੱਚ ਪਹਿਲਾਂ ਮੌਤ ਹੈ ਤੇ ਫਿਰ ਜੀਵਨ ਹੈ, ਫਿਰ ਜਨਮ ਹੈ। ਪਹਿਲਾਂ ਸੰਸਾਰ ਦੇ ਵਿੱਚ ਜੀਵਨ ਹੁੰਦਾ, ਫਿਰ ਮੌਤ ਹੁੰਦੀ ਹੈ। ਪਰ ਨਿਰੰਕਾਰ ਦੀ ਦਰਗਾਹ ਤੱਕ ਪਹੁੰਚਣ ਦੇ ਲਈ, ਅਧਿਆਤਮਿਕ ਮੰਡਲ ਨੂੰ ਮਾਨਣ ਦੇ ਲਈ ਪਹਿਲਾਂ ਮੌਤ ਨੂੰ ਪ੍ਰਾਪਤ ਹੋਣਾ ਪਵੇਗਾ, ਭਾਵ ਕਿ ਆਪਣਾ ਆਪ ਮਾਰਨਾ ਪਵੇਗਾ, ਹੰਕਾਰ ਮੁਕਾਉਣਾ ਪਵੇਗਾ। ਤੇ ਹੰਕਾਰ ਮੁੱਕਣ ਤੋਂ ਬਾਅਦ ਫਿਰ ਇੱਕ ਭਗਤ ਦਾ ਜਨਮ ਹੋਵੇਗਾ।
एक गुरमुख का जन्म होवेगा, गुरु की सिक्ख्या दे उत्ते चलण वाले गुरसिख का जन्म होवेगा, जेड़ा गुरसिख अमृत चुगेगा, जेड़ा गुरमुख नाम रूपी अमृत नूं चुगेगा। सतगुरु कहंदे अमृत है परमात्मा का नाम, हर हर अमृत नाम रस, हर अमृत हर उर धार। सतगुरु कहंदे ओ अकाल पुरख वाहिगुरु परमात्मा का नाम, परमात्मा की सोझी संसार दे उत्ते सचमुच अमृत है, जिस अमृत ने खालसा जी सानू जीवन बख्शना है अध्यात्मक मंडलों तक पहुँचण का। अध्यात्मक जीवन रूहानी भरिया जीवन बख्शना है। हर हर अमृत नाम रस, हर अमृत हर उर धार। परमात्मा का नाम अमृत है, पर जतन कर इस नाम रूपी अमृत नूं हिरदे दे विच धारण का जतन कर। ये नाम रूपी अमृत हिरदे विच धार इस अमृत नूं। जिस तरह अपने तन दे उत्ते वक्खो वखरे वस्त्र लिबास आपां सारे धारण करते हैं तन नूं ढकण दे लई, मन नूं ढकण दे लई भी एक लिबास धारण करना पवेगा। सतगुरु कहंदे ओ लिबास है नाम दे अमृत दा, इस नूं धारण करना पवेगा, क्योंकि जदों ये अमृत धारण होवेगा तां जाके तेरे विच दया आवेगी। जिदन नाम दा अमृत तू धारण किया तां जाके तेरे अंदर धर्म दे गुण पैदा होणगे। जिदन नाम दा अमृत धारण किया तां जाके वकारां दे नाल लड़न लई ताकत हिम्मत आवेगी। जिदन नाम दा अमृत धारण किया तां जाके संसार दे पदार्थां तो मोह कम मोह घट होवेगा। ते जिस दिन संसार दे पदार्थां तो मोह घट हो गया, वकारां दे नाल लड़न दी हिम्मत आ गई, फिर जाके हिरदे दे विच साहिब दा प्रकाश होवेगा। तां ये रसना भी इस गल नूं रूह भी कबूलेगी कि आनंद भया मेरी माए सतगुरु मैं पाया, सतगुरता पाया सहज सेती मन वजियां वाधाइयां। फिर मन दे विच ਵਧਾਈਆਂ ਦੇ ਵਾਜੇ ਵੱਜਣਗੇ, पर पहला इस नाम रूपी अमृत नूं हिरदे विच धारण करना पवेगा। पर इस नाम रूपी अमृत नूं धारण करन दा रस्ता की है, उपाय की है? ते सतगुरु गुरु रामदास सच्चे पातशाह बचन करते ने, विच संगत हर प्रभ वरतदा, बुझो शब्द विचार। कहते ने इस संगत दियां घड़ियां दे विच नाम दा अमृत वरतदा है। संगत दे विच आ करके संगत दियां घड़ियां दे विच ओ परमात्मा खुद वरतदा है, गुरु वरतदा है। ते जे चाहुंदा है नाम दे अमृत नूं धारण करना, फिर शब्द दे विचार दे राहीं इस संगत दे विचों उस परमात्मा नूं बुझना कर, परमात्मा नूं पहचानना कर, परमात्मा नूं जानना कर, परमात्मा की सोझी हो जावे ऐसा उद्यम कर। संगत दे विच आ करके ताई करके खालसा जी सतगुरु गुरु नानक देव सच्चे पातशाह जी ने धर्मशाल की प्रथा चलाई। सतगुरु साहब सच्चे पातशाह ने गुरुद्वारे की दात बख्शी तां जो गुरुद्वारे होए सोझी पाए सी कि किते गुरु दे द्वारे ते जा करके सानू अंदरली सोझी हो जावे। जिवें बच्चे नूं पढ़ने पाया जावे ना, स्कूल भेजिया जाता है, कॉलेज भेजिया जाता है, यूनीवर्सिटी भेजिया जाता है कि संसार की सोझी आ जावे, ये संसार की विद्या नूं बुझ लवे। इसे करके स्कूल दे विच, कॉलेज दे विच, यूनीवर्सिटी दे विच भेजिया जाता है हर एक बच्चे नूं। पर जे निरंकार नूं बुझना है, परमात्मा नूं बुझना है, परमात्मा नूं महसूस करना है, ते फिर प्यालिओ इस गुरु घर दे विच धर्मसाल दे विच संगत दीयां घड़ियां दे विच अपने मन नूं भेजना पवेगा, अपने मन नूं गुरु दे चरनां दे विच जोड़ना पवेगा। सतगुरु कहंदे विच संगत हर प्रभ वरतदा, बुझो शब्द विचा। संगत दे विच परमात्मा वरतदा है, पर बुझना पवेगा शब्द दे विचार दे राहीं, क्योंकि शब्द तो सोझी होवेगी कि मन रे कौन कुमत तै लीनी, परदारा निंदिया रस रचियो राम भगत नह कीनी।
कि ऐ मेरिया मना संसार दे रसां दे विच उलझ करके रह गया, पर निरंकार दे देश तक पहुंचण दा हंबला नहीं मारिया। सतगुरु कहंदे संगत दे विच आ करके, संगत दे जियां दे नाल बैठ करके उस परमात्मा दे नाम दी, गुरु शब्द दी विचार नूं आरंभ कर। वेखो प्यारिओ, मैं बेनती करां, ये संगत दीयां घड़ियां जिथे आ करके सानू अपने तन नूं टिकाउणा पैंदा है, शरीर नूं टिकाउणा पैंदा है, हलचल बंद करनी पैंदी है, मन नूं गुरु दे चरनां विच जोड़ना पैंदा है। क्यों? क्योंकि जदों संसार की प्राप्ति करनी होवे ते तन नूं हिलाउणा पवेगा, भज दौड़ करनी पवेगी। पर जे संगत विच आ करके निरंकार की सोझी करनी है, परमात्मा नूं बुझना है, अध्यात्मक की कोई सिक्ख्या लैनी है, फिर तन की हलचल रोकनी पवेगी, तन नूं टकाउणा पवेगा, मन नूं गुरु दे चरनां विच जोड़ना पवेगा। इत्थे आ करके कुछ न्यारापन सिख के जाना, जिहड़ा न्यारापन कदे भगत नामदेव जी ने संगत दे विचों सिੱਖਿਆ। संगत उही है, सत संगत कैसी जानी है, जिथे एको नाम वखाणी है। बाहरली लिबास संगत नहीं, संगत दे विच जे गुरु की गल हो रही है तां ही सत दी संगत है। जे संगत दे विच परमात्मा की याद दे नाल जोड़िया जा रहा है तां ही सत दी संगत है। ते सतगुरु गुरु नानक साहब कहते संगत दे विच आ करके जतन ये करना है, ऊतम संगत ऊतम होवै, गुण को धावै अवगुण धोवै। सत्संगत दे विच आ करके, गुरसिखां दी संगत विच आ करके ना खालसा जी गुणां नूं धारण करना ते अवगुणां दी मैल नूं धो देना है। गुण को धावै अवगुण धोवै। गुणां नूं धारण करना है, निर्माणता नूं धारण करना है, आपसी इतफाक नूं धारण करना है, प्रेम प्यार नूं धारण करना है। कुल कायनात दे नाल, कुल लुकाई दे नाल मुहब्बत हो जावे, इस तरह परमात्मा नूं बुझना है। जिस तरह भगत साहब ने बुझिया ते ये गल कही कि सब गोबिंद है, सब गोबिंद है, गोबिंद बिन नहीं कोई। संगत विच आ करके जपना पवेगा, विचार करके उसनूं समझना पवेगा। सतगुरु कहंदे शब्द दी विचार करनी किस तरह, परमात्मा नूं बुझना किस तरह। अगले बचन दे विच गुरु रामदास सच्चे पातशाह बचन करते ने, मन हर हर नाम ध्याया, बिख हौमै कड्डी मार। कहंदे ने अपने मन दे नाल, केवल तन नाल ही नहीं, अपने मन दे नाल उस परमात्मा दे नाम नूं ध्याउणा पवेगा। रसना द्वारा वाहिगुरु गुरमंत्र नूं, मूल मंत्र नूं ध्याउणा पवेगा। बचन रोज पढ़ते हैं, श्री हर कृष्ण ध्याइया, जिस डिठै सब दुख जाए। सच है, धन गुरु हर कृष्ण साहब सच्चे पातशाह दे दर्शन कित्तियां सारे दुख दूर होंदे ने। पर सतगुरु कहंदे डिठियां दुख दूर होंदे ने, पर डिठन तो पहला ध्याइया, ध्याउणा पवेगा गुरु हर कृष्ण साहब सच्चे पातशाह नूं। श्री हर कृष्ण ध्याइया, जिस डिठै सब दुख जाए। ध्याउण दा बड़ा वड्डा महात्म है। अज विज्ञान का जमाना है खालसा जी, तो बहुतात विच ये गल कही जाती है कि बार बार ध्या करके, जप करके, रटन करके, सिमरन करके की लाभ है, प्राप्ति नहीं होवेगी। पर मैं बेनती करा खालसा जी, जे विज्ञान दे विच भी झात पाइए तो उदाहरण के तौर पर वेखिए, अनुभव करिए। एक विज्ञानक जो है, जो बहुत खोजां कर रहा है, वो भी किते ना किते एक फॉर्मूले नूं बार बार ध्या रहा है, भाव कि उहदी प्रैक्टिस कर रहा है, बार बार उहनूं ध्या रहा है, उहदी प्रैक्टिस कर रहा है फॉर्मूले की काढ़ कड्ढण दे लई। ते जे किते एक दिन दो दिन उस फॉर्मूले दे उत्ते अभ्यास प्रैक्टिस करके गल कवे कि इहदे तो प्राप्ति कोई नहीं, तो विज्ञान की खोज अधूरी रह जाएगी, पूरी नहीं होवेगी। जे बाहरली खोज करनी पवे, बार बार अभ्यास करना पवेगा। संसार की खोज दे लई बार बार जपना पवेगा, प्रैक्टिस करनी पवेगी। इस तरह निरंकार की खोज दे लई, निरंकार नूं समझण दे लई, निरंकार नूं बुझण दे लई भी नेत्र बंद करके बार बार ध्याउणा पवेगा। एक विद्वान ने बहुत सोहणे बचन कहे, कहंदा हो दीद का जो शौक तो आँख को बंद कर, है देखना यही के ना देखा करे कोई।
मेरे वर्गा जपजी साहब पढ़े तो पहला चुफेरे निगाह मारदा कि कोई वेखदा भी है कि नहीं। पर वह विद्वान कहता भी जे तेनू परमात्मा दे दीदारियां दा शौक है फिर अपनियां अखां नू बंद कर। हौ दीद का जो शौक तो आँख को बंद कर। अखां नू बंद करके इन्हां अखां नू भी समझा, ए नेत्रो मेरे हो हर तुम मह जोत धरी, हर बिन अवर ना देखो कोई। असल दे विच परमात्मा नू तकिया ही तां जावेगा जे तू संसार नू तकना बंद कर देवें। ते जदों एक बार संसार नू तकना बंद करके अपने आपे नू तक लिया, भाव अंदर झात पा लई, जिदन अंदर झात बज गई, अंदर गुरु दी जोत परमात्मा दी जोत नज़र आ गई, फिर उही जोत बाहर भी नज़र आवेगी। सब मह जोत जोत है सोए, तिसदा चानण सब मह चानण होए। पर एक बार ध्याना पवेगा अपने अंदरों हंकार नू कढ़ के, हौमै नू मार के, हौमै नू दूर करके, अपनी हस्ती मुका करके। क्योंकि जब हम होते तब तू ना ही, अब तू ही मैं ना ही। क्योंकि जदों तक मेरी कोई हस्ती है परमात्मा प्रगट नहीं हो सकता। अगे पड़दा आ चुकिया हौमै दा, हंकार दा। मैं बेनती करा खालसा जी, जो भगत साहिबाना दियां गुरसिखां दियां साखियां ने, उन्हां साखियां नूं भी जे प्रेम दे नाल किते वाचीए, सरवण करिए, ते सच है समझ आवेगी कि किस तरह भगतां ने हौमै नूं मार के परमात्मा नूं ध्याया, किस तरह अपना आप मुका करके परमात्मा नूं समर्पित हो करके अपना आप परमात्मा दे दर तों वेचिया, अपना आप अपने मुरशद दे अगे वेच दिता, अपनी हस्ती मुका दी, अपना आप मुका दिता, हंकार दा कंडा पुट दिता। भगत साहब भगत नामदेव जी, उन्हां दे जीवन दे विचों मैं खिन मात्र झात पावां। गुरबाणी दा फरमान है, हस्त खेलत तेरे देहोरे आया। भगत साहब भगत नामदेव जी बड़े ही मौज दे विच, प्रसन्न दे विच अपने मुरशद नूं, अपने खुदा नूं, अपने प्यारे नूं मिलन दे लई, प्यारे दे दर्शनां दे लई मंदिर दे विच पहुंचे। धार्मिक स्थान ते मंदिर ते उत्ते नमस्कार करन लई गए। मन दे विच चाह है कि अज प्यारे दे दीदारे करने ने, प्यारे दे दर्शन करने ने। जिदन मन दे विच चाह होवे, प्रेम होवे, मुहब्बत होवे, सच है उदन प्यारा जरूर वरतदा है। जिदन घरों सोच के आवांगे कि धन गुरु हरकृष्ण साहब सच्चे पातशाह दी रहमतां भरी छड़ी अपने सीस ते लवा के जानी है, उस दिन रहमतां भरी छड़ी जरूर वरतेगी, मेहर भरी छड़ी जरूर वरतेगी। पर जे घर तो सोच के आए कि जा करके गुरु घर पहला ये तकना कि केड़ा बंदा की काम कर रहा, जां फिर गुरु घर जाके पहला ये वेखना कि संसार दे पदार्थ केड़े चाहिए। प्यार वालिओ, जदों भी घर तो चलीए गुरु घर दे लई पहला ते मन दे विच चाह होवे कि अज प्यारे दे दर्शनां दे लई चले आ, जा करके अपने गुनाहां दी भुल मंगनी, अपने कीते हुए गुनाहां नूं बख्शाउणा है। उहदे दर दे इत्थों केवल ते केवल एक खिन मात्र, एक किणका मात्र ही रहमत मिल जावे, तरस मिल जावे प्यारे दा, उस तरस नूं लोचना है। क्योंकि जेड़ा ते प्यारे दी याद दे विच जुड़ करके दर ते आवे, प्यारे दी याद दे विच जुड़ करके प्यारे नूं जपे, प्यारे नूं आवाज़ां लगावे, सच है उस प्यारे दे जीवन दे विचों अनेकां प्यारे निकलदे ने। जे आपां संसारक झात भी पाईए खालसा जी, देखो कां भी एक पंछी है ते कोयल भी एक पंछी है। पर एक विद्वान का कथन है कि कोयल नूं आखण मिठी बोली, कां आखण कन खावण। कां काला कोयल भी काली, दोवें पंछी जात सदावन। जा टुक्कर तां कां कां करदा, हीणा जगते होया, प्रीतम दे बिरहो विच गाउंदी, कोयल शोभा पावन। कहंदे हैगा कां भी काला, हैगी कोयल भी काली। पर जदों कां बोलदा है तो लोग कहंदे कि अज कन खा के बह गए। पर जदों कोयल ओदी मिठी कूक भी कईयां दे हिरदियां नूं ठारदी है। क्यों
क्योंकि कां दो टुकरा दी खातर कां कां करदा, पर कोयल वो अपने बिरहों दे अपने प्यारे दे प्रेम दे विच भिज के कूक मारदी है ते कईयां दे हिरदे नूं ठारदी है। सच है जिन्हां गुरसिखां ने दर ते आ करके प्यारे दे प्यार दे विच कूक लगाई, उन्हां दी मारी होई कूक ने कईयां दे हिरदे नूं ठार दिता। सतपुरुषां दी मारी हुई कूक ने सतपुरुषां दे जीवनां ने कईयां नूं ठार दिता। जिन्हां बंदगी कीती सिमरन कीता, उन्हां ने कईयां नूं गुरु घर तों दातां दवा दित्ती। भगत साहब भगत नामदेव जी बड़े चाह दे नाल प्रसन्नता दे नाल मंदिर दे विच नमस्कार करन आए। मैं बेनती तां कर रहा भी होमै नूं मारना की है। गुरु घर आइए ते साडा निश्चा साडा जो ध्यान केवल गुरु चरना तक होवे। भगत साहब मंदिर दे विच प्रवेश कीते, प्यारे नूं तकदे ने प्यार वालिओ ते बैठ करके चौंकड़ा ला करके उसनूं जपण दा यतन करदे ने ते पुजारियां ने उठा करके बांह तो पकड़ करके बाहर कढ़ दिता। नीवी जात दा कह करके धक्के मार के मंदिर चों बाहर कढ़ दिता। पर जेड़ा प्यारे दा भिजिया सी उहदे उत्ते इन्हां गल्लां दा कोई असर नहीं होया, क्योंकि अंदरों हंकार नूं मारिया है, अंदरों होमै खत्म कीती है, अपनी हस्ती खत्म कीती है। वेखो एक गुलाब दा फुल होवे ना ते गुलाब दे फुल दे आले दुआले कुछ के कंडे जरूर हुंदे आ, पर जेड़ा कंडियां विच उलझ के रह जावे ना ते गुलाब दे फुल तक पहुंचेगा, ना गुलाब दे फुल दी महक नूं लै सकेगा। वो ते अपने कपड़े भी लीरो लीर करेगा ते खून भी बहाज के चलिया जावेगा। गुलाब दा फुल है सतगुरु, सतगुरु दा नाम, सतगुरु दा शब्द। जदों गुरु घर आइए ते ध्यान निश्चा दृढ़ निश्चा केवल गुरु दे शब्द ते टिकिया होवे, आला दुआला कुछ नज़र ही ना आवे। प्यार वालिओ भगत नामदेव जी नूं जदों उठाया ते चेहरे दे उत्ते क्रोध नहीं आया, क्योंकि अपनी कोई हस्ती नहीं, बंदे दी हस्ती होवे तां क्रोध आएगा ना कि मैनूं धक्के मार के बाहर कढ़ दिता। अपना आप ते परमात्मा नूं वेच दिता है। उसे स्थान दे उत्ते प्यारे दी परिक्रमा करके मंदिर दे पिछले पासे जाके बैठ गए ते बाणी दा फरमान है कि मंदिर दे पिछले पासे बैठ करके परमात्मा दे गुण गाण लग पे। ज्यों ज्यों नामा हर गुण उचरै, परमात्मा दे गुण गाउण लग पे। ते जे परमात्मा दे अस्थान प्रति, परमात्मा दे घर दे सेवादारां प्रति मन दे विच क्रोध नहीं जगाया, अपनी होमै नूं मार मुकाया, ते सच है उत्थे परमात्मा ने प्रगट हो करके ज्यों ज्यों नामा हर गुण उचरै भगत जना को देहरा फिरै, अपने मंदिर दा मुख घुमा करके भगत वल कर दिता। पर होया कदों? उदों होया जदों धक्के भी वज गए, पर अपने हंकार दे विच एक शब्द भी नहीं कढ़िया, फिर भी परमात्मा दा शुक्र किया। मोको तू ना विसार, तू ना विसार, तू ना विसारे रामैया। मैं बेनती तां कर रहा खालसा जी, बिक होमै कड्ढै मार, बिक होमै कड्ढी मार। अपने अंदरों होमै नूं कढ़ के मार मुकावे तां जाके किते मन नाम नूं जपना शुरू करदा है। पर माफ़ कर देना, अज दे जो हालात ने, बंदा मेरे वर्गा गुरु घर आवे ते पहला ध्यान ग्रंथी सिंघां ते, दूसरा प्रबंधकां ते, तीसरा सेवादारां ते किहड़ा की कर रहा। इत्थे आ करके भी जे गुरु घर दे सेवादारां दे विच ही, गुरु घर दे ग्रंथियां दे विच गलतियां कड्ढी जावांगे, सच है, ते जो अपने गलतियां दे पंड चुक्की फिरदे आ, ये नज़र नहीं आउणगे। ते सतगुरु दा फरमान है, सुन साखी मन जप प्यार, कि भगतां दी गुरसिखां दी साखी सुन करके ना उहदे विचों सिੱਖਿਆ लै करके प्यार दे नाल जपना शुरू करना चाहिए, बल्कि टुटना नहीं चाहिए। अपने हंकार दे विच कोई भाषा नहीं बोलनी चाहिए, प्रेम दे विच भिज के अपनी होमे नूं मार मुका के गुरु नूं अर्पण, गुरु नूं समर्पण होना चाहिए। सतगुरु कहंदे संगत दे विच वरतदा है, बुझना पवेगा शब्द दे विचार दे राही। पर जे शब्द दी विचार करनी चाहुंदा है, उस परमात्मा नूं बुझना चाहुंदा है, फिर एक काम कर, मन हर हर नाम ध्याया, बिक होमै कड्डी मार। अपने अंदरों जदों होमै नूं मार मुकाएगा तां जाके तेरा मन उस परमात्मा दे नाम नूं ध्याउणा शुरू करेगा।
सच्ची गल है खालसा जी, कई बार गुरु घर की दहलीज के अंदर आ करके भी मन ध्याना शुरू नहीं करता। किते एकांत दे विच नेत्र बंद करके बैठिए तो फिर जाके किते ज्ञान हुंदा है कि मन दे विच ते कैसे कैसे ख्याल दौड़ रहे हैं। मन ते किते टिकन नूं तैयार ही नहीं, मन ते जपन नूं तैयार ही नहीं। पर फिर भी पता नहीं क्यों मन दे विच हंकार है, होमै है। मैनूं एक बचन चेते आ गया कि वेखो किते गुरसिखां दे बचनां दे विचों सानूं कमाई करन दा, बंदगी करन दा ढंग मिल जावे। सतगुरु गुरु रामदास सच्चे पातशाह जी की बाणी की विचार चल रही है तो धन गुरु रामदास सच्चे पातशाह जी महाराज सच्चे पातशाह जी उन्हां दे अस्थान ते उत्ते एक गुरसिख नित सेवा करिया करते, बड़े प्रेम दे विच भिज के सेवा करिया करते कि किते सतगुरु दे दर ते हाजरी लग जावे, सतगुरु की रहमत मिल जावे। ते प्यार वालिओ परिक्रमा की सफाई की सेवा कर रहे सन कि इतने नूं एक सेवादार ने जल की बाल्टी उन्हां वल वहा तुराई, भाव के पानी उन्हां दे उत्ते पै गया, वस्त्र गिले हो गए। ते अगों सेवादार ने एक अद्धा कोड़ा बोल भी बोल दिता ते उन्हां ने उसे जल नूं बुक दे विच लै करके मत्थे नाल ला के छक लिया। दूसरे ने कहा कि भाई साहब तुसीं इस नूं जवाब क्यों नहीं दिता, इहदी शरारत है। खैण लगे शरारत नहीं, ये सतगुरु गुरु रामदास दा दर है। इत्थे ते हरी भी परमात्मा भी गारे दियां टोकरियां ढोंदा रहा, जे ओहदे परिक्रमा दे जल दे विचों सरोवर दे जल दे विचों मेरे वस्त्र गिले हो गए तो फिर क्रोध नहीं करना चाहिए। उन्होंने बचन किया कि कई बार बंदा भुलेखे विच पै जाता है कि शायद इस सिंह ने मैनू ये गलत गल कह दी, पर नहीं, ये सच है कि जदों आपां गुरु घर दात लैण लई आउंदे आ, कई बार गुरु साहब भी साडी परख किसी भी रूप विच कर लेंदे ने कि हले दात लैण ते आ चुके आ, पर की भांडा सीधा भी कीता है कि नहीं। गुरु साहब किसी भी रूप दे विच परख कर सकते हैं। सो सतगुरु गुरु रामदास महाराज ने भी कहा कि जे दात लैनी है मन दे नाल उसनूं ध्याउणा है, उसनूं बुझना है, फिर होमै नूं मार मुका। क्योंकि जिन्हें होमे नूं नहीं मुकाया, जिन्हें परमात्मा दा नाम चेते विच नहीं लिआंदा, ओदा संसार ते कोई बहुता चंगा हाल नहीं। सतगुरु कहंदे जिन हर हर नाम ना चेत्यो तिन जुए जन्म सब हार। कहंदे जे संसार ते आके इस दरगाह दे विच आ करके नाम नहीं जपिया, नाम नूं नहीं ध्याया, परमात्मा दा शुक्र गुजार नहीं किता, ते खालसा जी ये जिंदगी दी बाजी जुआरी दी तरह हार के जावांगे। भावे जिहड़ा अवसर मिलिया सी, बड़ा सुभागा समा मिलिया सी, इस नूं खुंझा के जावांगे। ते सच है गुरु दे दर दे उत्ते आ करके, गुरु घर आ करके अपने परिवार दे नाल, बच्चियां दे नाल बैठ करके गुरु दे शब्द दी विचार करके जपण दा यतन करना चाहिए। जिस गल दे नाल लाभ होना है उससे परमात्मा दे नाम दी गल नूं सुनना चाहिए। कोई कर गल सुनावे हर नाम की सो लगे गुरसिखा मन मिठा। जिहड़ी मुनासब बात होवे वो हासिल करनी चाहिए है। नुकसान वाले कारज नूं हथ नहीं पाउणा चाहिए। एक विद्वान का कथन है कि अज इंसान दे हालात ये बन चुके हैं कि धार्मिक स्थान ते जा करके भी जो बात मुनासिब है वो हासिल नहीं करते, जो बात मुनासिब है वो हासिल नहीं करते, जो गिरहे में हैं उसे भी गवा रहे हैं। ਜਿਹੜੀ ਤੇ ਲਾਭਦਾਇਕ परमात्मा दे नाम दी गल सी, गुर शब्द दी विचार सी, ਉਹਨੂੰ ਤੇ हासिल नहीं किता, पर इत्थे आ करके भी ਜਿਹੜੀ ਇਹ ਸਵਾਸਾਂ रूपी गंठड़ी मिली सी इनू भी गवा के जा रहे हैं। इसे करके सतगुरु ने कहा कि इस दर ते आ करके जेड़ा गुरु का सिख सास गिरास ध्यावेगा वही गुरु दे मन नूं भावेगा। जो सास गिरास ध्यावे मेरा हर हर सो गुर सिख गुरु मन भावै। ओ गुरु का सिख गुरु दे मन नूं भावेगा। मैं बेनती करा बच्चियां नाल परिवार नाल बैठ करके जिथे संसार दे सलाह मशवरे संसार दियां बातां पाउने आ, इस दर ते आ करके प्यार वालिओ सतगुरु गुरु हरकृष्ण साहब सच्चे पातशाह की मौजूदगी नूं महसूस करते हुए किते परिवार नाल बैठ के जपण दा यतन करिया करी।
क्योंकि जात इस भाणा ता जम्मिया परिवार भला पाया। ਉਹਦੇ ਭਾਣੇ ਵਿੱਚ, ਉਹਦੇ ਹੁਕਮ ਦੇ ਵਿੱਚ ਪਰਿਵਾਰ ਦੇ ਜੀ ਮਿਲੇ ਨੇ, ਤੇ ਮਿਲੇ ਇਸ ਕਰਕੇ ਨੇ ਕਿ ਪਰਿਵਾਰ ਦੇ ਜੀਆਂ ਦੀ ਸੰਗਤ ਕਰਕੇ ਉਸ ਨੂੰ ਜਪਣਾ ਸ਼ੁਰੂ ਕਰ, ਪਰਮਾਤਮਾ ਨੂੰ ਬੁੱਝਣਾ ਸ਼ੁਰੂ ਕਰ। ਸਤਿਗੁਰੂ ਕਹਿੰਦੇ ਜਿਨ ਹਰ ਹਰ ਨਾਮ ਨ ਚੇਤਿਓ ਤਿਨ ਜੂਐ ਜਨਮ ਸਭ ਹਾਰ। ਗੁਰ ਤੁਠੈ ਹਰ ਚੇਤਾਇਆ ਹਰ ਨਾਮਾ ਹਰ ਉਰ ਧਾਰ। ਸਤਿਗੁਰੂ ਕਹਿੰਦੇ ਜੇ ਨਾਮ ਨਹੀਂ ਜਪਿਆ ਤੇ ਸੱਚ ਹੈ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਵੇਂ, ਕਿਉਂਕਿ ਜ਼ਿੰਦਗੀ ਦੀ ਬਾਜੀ ਉਹੀ ਜਿੱਤਦੇ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਸੋ ਇੱਥੇ ਗੁਰੂ ਕੋਲ ਆ ਕੇ ਗੁਰੂ ਦੀ ਰਹਿਮਤ ਮੰਗੀਏ, ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰਾ ਨਾਏ ਵਾਸਾ। ਕਿਉਂਕਿ ਜੇ ਗੁਰੂ ਟੁੱਟ ਪਵੇ, ਗੁਰੂ ਕਿਰਪਾ ਕਰ ਦਵੇ ਤੇ ਸੱਚ ਹੈ ਹਰੀ ਦਾ ਨਾਮ, ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਧਾਰਨ ਕੀਤਾ ਜਾ ਸਕਦਾ। ਪਿਆਰ ਵਾਲਿਓ, ਵੈਸੇ ਕਹਿੰਦੇ ਸੰਸਾਰ ਦੇ ਲੋਕ ਕਿ ਪਰਮਾਤਮਾ ਦਾ ਨਾਮ ਧਿਆਉਣਾ ਬੜਾ ਸੌਖਾ ਆ, ਪਰਮਾਤਮਾ ਦੇ ਨਾਮ ਨੂੰ ਜਪਣਾ ਬੜਾ ਆਸਾਨ ਹੈ। ਪਰ ਵੇਖੋ ਸੰਸਾਰ ਦੇ ਵਿੱਚ ਇਨਸਾਨ ਕਿਤਨੀਆਂ ਵਿਦਿਆ ਨੂੰ ਹਾਸਲ ਕਰਦਾ, ਕਿਤਨੀਆਂ ਵੱਡੀਆਂ ਬਾਤਾਂ ਨੂੰ ਯਾਦ ਕਰ ਲੈਂਦਾ, ਪਰ ਇੱਕ ਪਰਮਾਤਮਾ ਦਾ ਨਾਮ ਹੈ ਜੋ ਹਰ ਇੱਕ ਪਲ ਦੇ ਬਾਅਦ ਭੁੱਲ ਜਾਂਦਾ, ਆਪਣੇ ਮਨ ਦੇ ਵਿੱਚੋਂ ਵਿਸਾਰ ਦਿੰਦਾ। ਪਰ ਸਤਿਗੁਰੂ ਕਹਿੰਦੇ ਜੇ ਗੁਰੂ ਟੁੱਟ ਪਵੇ, ਗੁਰੂ ਕਿਰਪਾ ਕਰ ਦਵੇ, ਗੁਰੂ ਬਖਸ਼ਿਸ਼ ਕਰ ਦਵੇ, ਰਹਿਮਤ ਕਰ ਦਵੇ ਤੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਵਸ ਜਾਂਦਾ ਹੈ, ਹਿਰਦੇ ਵਿੱਚ ਧਾਰਨ ਹੋ ਜਾਂਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਹੋ ਜਾਵੇ, ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦੇਣ, ਅਗਲੇ ਬਚਨ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਨ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ। ਕਹਿੰਦੇ ਉਹਨਾਂ ਦੇ ਮੁਖ ਦਰਗਾਹ ਵਿੱਚ, ਸੱਚੀ ਦਰਗਾਹ ਦੇ ਵਿੱਚ, ਸੱਚੇ ਦਰਬਾਰ ਦੇ ਵਿੱਚ ਸਦਾ ਉਜਲ ਹੁੰਦੇ ਨੇ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦਾ ਹੋਇਆ, ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦਾ ਹੋਇਆ, ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮੇਟੈ ਭਾਈ। ਸਾਰਾ ਸੰਸਾਰ ਉਹਨਾਂ ਦੀ ਰਚੀ ਬਾਣੀ ਨੂੰ ਗਾਉਂਦਾ, ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ। ਮਹੱਲਾ ਚੌਥਾ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਜੋ ਕੀਰਤੀ ਹੈ ਇਹ ਸਭ ਤੋਂ ਉੱਤਮ ਹੈ, ਸਭ ਤੋਂ ਉੱਚੀ ਹੈ, ਸਭ ਤੋਂ ਸੁੱਚੀ ਹੈ। ਵਿੱਚ ਕਲਯੁਗ ਕਰਨੀ ਸਾਰ, ਤੇ ਕਲਯੁਗ ਦੇ ਵਿੱਚ ਇਹੋ ਕਰਨ ਵਾਲਾ ਤੇਰਾ ਕਾਰਜ ਹੈ। ਕਲ ਤਾਤੀ ਠਾਂਡਾ ਹਰਨਾਓ। ਕਲਯੁਗ ਦੇ ਵਿੱਚ ਤੱਤੀਆਂ ਹਵਾਵਾਂ ਦਾ ਝੋਕਾ ਬਾਰ-ਬਾਰ ਆਉਂਦਾ ਹੈ, ਕਦੇ ਕਾਮ ਦੇ ਰੂਪ ਦੇ ਵਿੱਚ, ਕ੍ਰੋਧ ਦੇ ਰੂਪ ਦੇ ਵਿੱਚ, ਲੋਭ ਮੋਹ ਹੰਕਾਰ ਦੇ ਰੂਪ ਦੇ ਵਿੱਚ। ਪਰ ਜੇ ਇਸ ਕਲਯੁਗ ਦੀਆਂ ਤੱਤੀਆਂ ਹਵਾਵਾਂ ਦੇ ਵਿੱਚੋਂ, ਤੱਤੀ ਲੂਹ ਦੇ ਵਿੱਚੋਂ ਕੋਈ ਬਚਾ ਸਕਦਾ ਤੇ ਪਰਮਾਤਮਾ ਦਾ ਠੰਡਾ ਨਾਮ ਹੈ, ਪਰਮਾਤਮਾ ਦਾ ਸੀਤਲ ਨਾਮ ਹੈ। ਸੀਤਲ ਥੀਵੈ ਨਾਨਕੋ ਜਪੰਦੜੋ ਹਰ ਨਾਮ। ਪਿਆਰ ਵਾਲਿਓ, ਮੈਂ ਬੇਨਤੀ ਕਰਾਂ ਕਿ ਅੱਜ ਜੋ ਮਹਾਮਾਰੀ ਚੱਲ ਰਹੀ ਸੀ, ਭਾਵੇਂ ਸਾਰੇ ਦਰ ਬੰਦ ਹੋ ਜਾਣ, ਫਿਰ ਵੀ ਹਰ ਇੱਕ ਇਨਸਾਨ ਦੇ ਅੰਦਰ ਜੇ ਟੇਕ ਹੈ ਤੇ ਭਗਵਾਨ ਦੀ ਹੈ, ਪਰਮਾਤਮਾ ਦੀ ਹੈ, ਪਰਮਾਤਮਾ ਦੇ ਨਾਮ ਦੀ ਹੈ। ਭਾਵੇਂ ਵਿਗਿਆਨ ਜਿਤਨੀ ਮਰਜ਼ੀ ਤਰੱਕੀ ਕਰ ਲਵੇ, ਤਰੱਕੀ ਕਰਨੀ ਮੁਬਾਰਕ ਹੈ, ਪਰ ਸੱਚ ਹੈ ਇਨਸਾਨ ਦਾ ਭਗਵਾਨ ਦੇ ਨਾਮ ਤੋਂ ਬਿਨਾਂ ਇੱਕ ਪਲ ਵੀ ਗੁਜ਼ਾਰਾ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹਦਾ ਗੁਜ਼ਾਰਾ ਨਹੀਂ ਹੋ ਸਕਦਾ। ਜਦੋਂ ਸਾਰੇ ਦਰ ਬੰਦ ਹੋ ਜਾਂਦੇ ਨੇ ਤੇ ਉਸ ਵਕਤ ਫਿਰ ਪਰਮਾਤਮਾ ਦਾ ਦਰ ਤਾਂ ਵੀ ਖੁੱਲ੍ਹਾ ਮਿਲਦਾ ਆ। ਤਾਂ ਵੀ ਪਰਮਾਤਮਾ ਦੇ ਦਰ ਦੇ ਵਿੱਚੋਂ ਇਹ ਆਵਾਜ਼ ਆਉਂਦੀ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਇਸ ਦਰ ਦੇ ਉੱਤੋਂ ਸਦਾ ਆਵਾਜ਼ ਆਵੇਗੀ ਤੇ ਸਤਿਗੁਰੂ ਕਹਿੰਦੇ ਇਸ ਦਰ ਤੇ ਆ ਕਰਕੇ ਕੀਰਤੀ ਕਰ ਪਰਮਾਤਮਾ ਦੇ ਨਾਮ ਨੂੰ ਜਪਣ ਦੀ, ਪਰਮਾਤਮਾ ਦੇ ਨਾਮ ਦੀ ਸੰਭਾਲ ਕਰਨ ਦੀ। ਕਿਉਂਕਿ ਕਲਯੁਗ ਦੇ ਵਿੱਚ ਜੇ ਤੇਰੀ ਸਹਾਇਤਾ ਕਰਨੀ ਹੈ ਤੇ ਇਸ ਪਰਮਾਤਮਾ ਦੇ ਨਾਮ ਨੇ ਕਰਨੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ।
ਜਿੱਥੇ ਮਾਤ ਪਿਤਾ ਸੰਸਾਰ ਦੇ ਰਿਸ਼ਤੇ ਨਾਤੇ ਕਿਤੇ ਵੀ ਮਦਦ ਨਹੀਂ ਕਰ ਸਕਣਗੇ, ਉੱਥੇ ਵੀ ਪਰਮਾਤਮਾ ਦਾ ਨਾਮ ਤੇਰਾ ਮਦਦਗਾਰ ਹੋਵੇਗਾ, ਸਹਾਇਤਾ ਕਰੇਗਾ, ਹਰ ਪਲ ਤੇਰੀ ਸਹਾਇਤਾ ਕਰੇਗਾ। ਇਸੇ ਕਰਕੇ ਰੋਜ਼ਾਨਾ ਅਰਦਾਸ ਦੇ ਵਿੱਚ ਵੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਧਿਆਨ ਧਰ ਕੇ ਕਹਿੰਦੇ ਸ੍ਰੀ ਭਗਉਤੀ ਜੀ ਸਹਾਏ, ਸ੍ਰੀ ਭਗਉਤੀ ਜੀ ਸਹਾਏ। ਭਗਉਤੀ ਪਰਮਾਤਮਾ ਦੀ, ਅਕਾਲ ਪੁਰਖ ਦੀ ਸਾਨੂੰ ਸਦਾ ਸਹਾਇਤਾ ਹੈ। ਜਿਸ ਨੇ ਇਹ ਸਵਾਸ ਬਖਸ਼ੇ ਨੇ, ਜਿਸ ਨੇ ਜੀਵਨ ਬਖਸ਼ਿਆ ਹੈ, ਜਿਸ ਨੇ ਜੀਵਨ ਬਖਸ਼ਿਆ ਹੈ, ਉਹੀ ਜੀਵਨ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਤੋਂ ਵੀ ਸਾਨੂੰ ਬਚਾਵੇਗਾ, ਸਾਡੀ ਪੱਤ ਰੱਖੇਗਾ, ਸਾਡੀ ਲਾਜ ਰੱਖੇਗਾ। ਅੱਗੇ ਸਤਿਗੁਰੂ ਬਚਨ ਕਰਦੇ ਨੇ, ਮਤ ਗੁਰਮਤ ਕੀਰਤ ਪਾਈ ਹੈ, ਹਰ ਨਾਮਾ ਹਰ ਉਰਹਾਰ। ਕਹਿੰਦੇ ਨੇ ਇਹ ਪ੍ਰਮਾਤਮਾ ਦੇ ਨਾਮ ਦਾ ਵਣਜ ਕਰਨਾ, ਪ੍ਰਮਾਤਮਾ ਦੇ ਨਾਮ ਦੀ ਕੀਰਤੀ ਕਰਨ ਦੀ ਸੋਝੀ ਕਿੱਥੋਂ ਹੋਵੇਗੀ? ਮਤ ਗੁਰਮਤ ਕੀਰਤ ਪਾਈ ਹੈ, ਗੁਰੂ ਦੀ ਮੱਤ ਦੇ ਵਿੱਚੋਂ, ਗੁਰੂ ਦੀ ਸਿੱਖਿਆ ਦੇ ਵਿੱਚੋਂ, ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੇ ਵਿੱਚੋਂ ਇਹ ਸੋਝੀ ਹੋਵੇਗੀ। ਇਸੇ ਕਰਕੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਕਿ ਗੁਰੂ ਦੀ ਮੱਤ ਨੂੰ ਧਾਰਨ ਕਰ, ਗੁਰੂ ਦੀ ਮੱਤ ਨੂੰ ਹਿਰਦੇ ਵਿੱਚ ਵਸਾ। ਪਰਮਾਤਮਾ ਦੀ ਭਗਤੀ ਤੋਂ ਬਿਨਾ, ਗੁਰੂ ਦੀ ਮੱਤ ਤੋਂ ਬਿਨਾ ਵੱਡੇ ਵੱਡੇ ਸਿਆਣੇ ਇੱਥੋਂ ਹਾਰ ਕੇ ਚਲੇ ਗਏ। ਵੇਖੋ, ਮੈਂ ਬੇਨਤੀ ਕਰਾਂ, ਅੱਜ ਸਾਫ ਸਫਾਈ ਦਾ ਹਰ ਪਾਸਿਓਂ ਹੋਕਾ ਦਿੱਤਾ ਜਾ ਰਿਹਾ। ਜੇ ਤੇ ਅਧਿਆਤਮਕ ਮੰਡਲ ਵੱਲ ਝਾਤ ਪਾਈਏ ਤਾਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੱਤ ਸਭ ਤੋਂ ਉੱਚੀ ਹੈ। ਤੇ ਜੇ ਸੰਸਾਰ ਦੇ ਵਿੱਚ ਵੀ ਸੁਚਮਤਾ ਦੀ, ਸਫਾਈ ਦੀ ਝਾਤ ਪਾਈਏ ਤਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਜੇ ਪੰਥ ਦੀ ਮੱਤ ਸਭ ਤੋਂ ਉੱਚੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਇਹ ਮੱਤ ਗੁਰੂ ਕਿਆਂ ਸਿੱਖਾਂ ਨੂੰ ਪਹਿਲਾਂ ਹੀ ਦੇ ਦਿੱਤੀ ਕਿ ਆਪਣਾ ਵਿਵੇਕ ਦਾ ਭੋਜਨ ਛਕੋ, ਬਾਹਰੋਂ ਛਕਣਾ ਬੰਦ ਕਰੋ, ਸਰਬਲੋ ਦੀ ਵਰਤੋਂ ਕਰੋ, ਆਇਰਨ ਦੀ ਕਮੀ ਨਾ ਹੋਵੇ, ਸਰਬਲੋ ਦੇ ਬਰਤਨਾਂ ਦੇ ਵਿੱਚ ਪ੍ਰਸ਼ਾਦਾ ਬਣਾਉਣਾ ਛਕਣਾ ਸ਼ੁਰੂ ਕਰੋ, ਆਪਣੇ ਤਨ ਦੀ ਸੁਚਮਤਾ ਰੱਖੋ, ਦੋਨੋਂ ਵਕਤ ਕੰਗਾ ਕਰੋ। ਕਹਿਣ ਤੋਂ ਭਾਵ ਕਿ ਜੇ ਅਧਿਆਤਮਕ ਮੰਡਲ ਵੱਲ ਵੀ ਜਾਣਾ ਤਾਂ ਵੀ ਗੁਰੂ ਕੀ ਮੱਤ ਨੂੰ ਧਾਰਨ ਕਰਨਾ ਪਵੇਗਾ। ਤੇ ਸੱਚ ਹੈ, ਜੇ ਸੰਸਾਰ ਦਾ ਜੀਵਨ ਵੀ ਜੀਣਾ ਤਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਮੱਤ ਨੂੰ ਧਾਰਨ ਕਰਨਾ ਪਵੇਗਾ। ਕਿਉਂਕਿ ਜਦੋਂ ਗੁਰੂ ਦੀ ਮੱਤ ਧਾਰਨ ਕਰਾਂਗੇ ਤਾਂ ਜਾ ਕੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਹੋਵੇਗਾ, ਪਰਮਾਤਮਾ ਦਾ ਨਾਮ ਵਸੇਗਾ। ਔਰ ਸਤਿਗੁਰੂ ਕਹਿੰਦੇ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਗੁਰੂ ਦੀ ਮੱਤ ਦੇ ਪੰਧ ਹੀ ਬਣੇ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਮਨ ਵਿੱਚ ਵਸਾਲਿਆ, ਵੱਡ ਭਾਗੀ ਜਿਨ ਹਰ ਧਿਆਇਆ, ਤਿਨ ਸੋਪਿਆ ਹਰ ਭੰਡਾਰ। ਸਤਿਗੁਰੂ ਕਹਿੰਦੇ ਉਹਨਾਂ ਦੇ ਵੱਡੇ ਭਾਗ ਹੋ ਗਏ, ਉਹ ਵੱਡੇ ਭਾਗਾਂ ਵਾਲੇ ਹੋ ਗਏ ਜਿਨ੍ਹਾਂ ਨੇ ਇਸ ਰਸਨਾ ਦੁਆਰਾ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਤੇ ਖਾਲਸਾ ਜੀ, ਹਰੀ ਨੇ, ਪਰਮਾਤਮਾ ਨੇ ਵੀ ਆਪਣੇ ਦਰਗਾਹ ਦੇ ਵਿੱਚੋਂ ਅਲਾਹੀ ਪ੍ਰਸੰਨਤਾ ਦੇ ਬੂਹੇ ਖੋਲ ਦਿੱਤੇ, ਰਹਿਮਤਾਂ ਦੇ ਖਜ਼ਾਨੇ ਖੋਲ ਦਿੱਤੇ, ਬਖਸ਼ਿਸ਼ਾਂ ਦੇ ਖਜ਼ਾਨੇ ਖੋਲ ਦਿੱਤੇ। ਫਿਰ ਹਰੀ ਨੇ, ਪਰਮਾਤਮਾ ਨੇ ਵੀ ਕਿਸੇ ਗੱਲ ਦੀ ਤੋਟ ਨਾ ਆਉਣ ਦਿੱਤੀ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਕਿ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕਿ ਪਤਾ ਨਹੀਂ ਉਸ ਪਰਮਾਤਮਾ ਨੇ ਆਪਣੇ ਨਾਮ ਦੀ ਕੈਸੀ ਕਲਾ ਵਰਤਾਈ ਕਿ ਅੱਜ ਚੌਹਾਂ ਕਲਾਂ ਦੇ ਵਿੱਚ, ਚੌਹਾਂ ਯੁਗਾਂ ਦੇ ਵਿੱਚ, ਚੌਹਾਂ ਲੋਕਾਂ ਦੇ ਵਿੱਚ ਹੀ ਕਬੀਰ ਦੇ ਨਾਮ ਦਾ ਡੰਕਾ ਵੱਜਣ ਲੱਗ ਪਿਆ। ਭਾਵ ਕਿ ਹਰੀ ਨੇ, ਪਰਮਾਤਮਾ ਨੇ ਵੀ ਆਪਣੇ ਭੰਡਾਰੇ, ਆਪਣੇ ਖਜ਼ਾਨੇ ਖੋਲ ਦਿੱਤੇ, ਆਪਣੇ ਭਗਤ ਨੂੰ ਸੌਂਪ ਦਿੱਤੇ, ਆਪਣੇ ਅਲਾਹੀ ਦਰਗਾਹ ਦੇ ਪ੍ਰਸੰਨਤਾ ਦੇ ਬੂਹੇ ਖੋਲ ਦਿੱਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬਚਨ ਕਰਦੇ ਨੇ ਕਿ ਜਿਨ੍ਹਾਂ ਜਪਿਆ ਉਹ ਵੱਡੇ ਭਾਗਾਂ ਵਾਲੇ ਹੋ ਗਏ, ਜਿਨ੍ਹਾਂ ਜਪਿਆ ਉਹਨਾਂ ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਰਹਿਮਤਾਂ ਲਈਆਂ, ਮਿਹਰਾਂ ਲਈਆਂ, ਬਖਸ਼ਿਸ਼ਾਂ ਦੇ ਖਜ਼ਾਨੇ ਖੁਲਵਾ ਲਏ। ਪਰ ਜਿਨ੍ਹਾਂ ਨਾਮ ਨਹੀਂ ਜਪਿਆ, ਬਿਨ ਨਾਵੈ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਤੇ ਕੇਵਲ ਸੰਸਾਰ ਦੇ ਕਰਮ ਹੀ ਕਰਦੇ ਰਹੇ, ਭਾਵੇਂ ਸੰਸਾਰ ਦੇ ਲੋਕਾਚਾਰੀ ਦੇ ਕਰਮ ਹੋਣ ਤੇ ਫਿਰ ਭਾਵੇਂ ਧਰਮ ਦੇ ਕਰਮ ਹੋਣ, ਜੇ ਨਾਮ ਨਹੀਂ ਜਪਿਆ, ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ, ਫਿਰ ਇਸ ਸੰਸਾਰ ਦੇ ਧਰਮ ਦੇ ਕਰਮ ਕਾਂਡ ਵੀ ਹਉਮੈ ਨੂੰ ਪੱਠੇ ਪਾਉਣ ਦੇ ਨਿਆਈ ਹੋ ਜਾਂਦੇ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਕੀਤਾ ਕਿ ਗੁਰੂ ਘਰ ਦਾ ਸਫ਼ਰ ਕੀ ਹੈ।
ਗੁਰੂ ਘਰ ਦਾ ਸਫ਼ਰ ਹੈ ਕੜਾਹ ਪ੍ਰਸ਼ਾਦ ਤੋਂ ਤਵ ਪ੍ਰਸਾਦ ਤੱਕ। ਗੁਰੂ ਘਰ ਦਾ ਸਫ਼ਰ ਹੈ ਕੜਾਹ ਪ੍ਰਸ਼ਾਦ ਤੋਂ ਗੁਰੂ ਪ੍ਰਸਾਦ ਤੱਕ, ਤਵ ਪ੍ਰਸਾਦ ਤੱਕ। ਭਾਵ ਇੱਕ ਕਰਮ ਹੈ ਕਿ ਗੁਰੂ ਕੇ ਸਿੱਖ ਨੇ ਕੜਾਹ ਪ੍ਰਸ਼ਾਦ ਲੈ ਕਰਕੇ ਗੁਰੂ ਨੂੰ ਭੇਟਾ ਕਰਨੀ ਹੈ, ਪਰ ਕੇਵਲ ਇਸ ਕਰਮ ਤੱਕ ਹੀ ਉਲਝ ਕੇ ਨਾ ਰਹਿ ਜਾਵੇ। ਕੜਾਹ ਪ੍ਰਸ਼ਾਦ ਤੋਂ ਅਗਾਂਹ ਗੁਰੂ ਪ੍ਰਸਾਦ ਦਾ ਪਾਤਰ ਵੀ ਬਣੇ, ਤਵ ਪ੍ਰਸਾਦ ਦਾ ਪਾਤਰ ਵੀ ਬਣੇ। ਕੜਾਹ ਪ੍ਰਸ਼ਾਦ ਤੋਂ ਤਵ ਪ੍ਰਸਾਦ ਤੱਕ ਦੀ ਯਾਤਰਾ ਗੁਰੂ ਕਾ ਸਿੱਖ ਕਰੇ, ਸੰਗਤ ਦੇ ਵਿੱਚ ਸ਼ਬਦ ਦੀ ਵਿਚਾਰ ਨੂੰ ਜੁੜੇ। ਪਿਆਰ ਵਾਲਿਓ, ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਸੋਹਣੇ ਸੋਹਣੇ ਵਸਤਰ ਲਿਆਉਂਦੇ ਨੇ, ਰੁਮਾਲੇ ਲਿਆਉਂਦੇ ਨੇ, ਜੇਬਾਂ ਦੇ ਵਿੱਚੋਂ ਭੇਟਾ ਕੱਢਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਗੁਰੂ ਕੇ ਸਿੱਖ ਨੇ ਦਸਵੰਧ ਜ਼ਰੂਰ ਕੱਢਣਾ, ਮਾਇਆ ਦਾ ਦਸਵੰਧ ਗੁਰੂ ਅੱਗੇ ਅਰਪਣ ਜ਼ਰੂਰ ਕਰਨਾ। ਪਰ ਪਿਆਰ ਵਾਲਿਓ, ਨਾਲੇ ਇਹ ਵੀ ਬਚਨ ਹੈ ਕਿ ਜਿੱਥੇ ਜੇਬ ਦਾ ਦਸਵੰਧ ਕੱਢਦਾ ਉੱਥੇ ਜਿਹਵਾ ਦਾ ਵੀ ਦਸਵੰਧ ਕੱਢੇ, ਰਸਨਾ ਦੁਆਰਾ ਵੀ ਜਪੇ। ਭਾਵ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰੂ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਜਲ ਹਸਤੀ ਮਲ ਨਾ ਵਾਲੀਐ, ਸਿਰ ਭੀ ਫਿਰ ਪਾਵੈ ਛਾਰ। ਕਿ ਜੇ ਬਾਹਰਲੇ ਕਰਮ ਹੀ ਰਹਿ ਗਏ ਫਿਰ ਪ੍ਰਾਪਤੀ ਨਹੀਂ ਹੋਵੇਗੀ। ਹਾਲਾਤ ਕੀ ਬਣ ਜਾਣਗੇ? ਜਿਵੇਂ ਇੱਕ ਹਾਥੀ ਨੂੰ ਜਲ ਦੇ ਵਿੱਚ ਮਲ ਮਲ ਕੇ ਨਵਾਇਆ ਜਾਵੇ, ਪਰ ਫਿਰ ਵੀ ਹਾਥੀ ਆਪਣੀ ਸੁੰਡ ਦੇ ਨਾਲ ਹੀ ਆਪਣੇ ਉੱਤੇ ਰੇਤਾ ਪਾ ਲੈਂਦਾ, ਧੂੜ ਪਾ ਲੈਂਦਾ, ਮਿੱਟੀ ਪਾ ਲੈਂਦਾ। ਸੱਚ ਹੈ, ਜੇ ਨਾਮ ਨਹੀਂ ਜਪਿਆ, ਨਾਮ ਨਹੀਂ ਧਿਆਇਆ, ਗੁਰੂ ਘਰ ਆ ਕੇ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਫਿਰ ਸੱਚ ਹੈ ਮਨ ਨੂੰ ਜਿੰਨਾ ਵਰਜੀ ਨਵਾਉਣ ਦਾ ਯਤਨ ਕਰੀਏ, ਮਨ ਰੂਪੀ ਹਾਥੀ ਕਦੇ ਧੁੱਪਦਾ ਨਹੀਂ। ਇਹ ਉਦੋਂ ਹੀ ਨਹਾਇਆ ਜਾਵੇਗਾ, ਉਦੋਂ ਹੀ ਧੁੱਪੇਗਾ ਮਨ ਰੂਪੀ ਹਾਥੀ, ਜਦੋਂ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੇ ਬਚਨ ਨੂੰ ਸੁਣਾਂਗੇ ਤੇ ਕਮਾਵਾਂਗੇ। ਸਤਿਗੁਰੂ ਕਹਿੰਦੇ ਜੇ ਗੁਰੂ ਘਰ ਤੋਂ ਦਾਤ ਲੈਣੀ ਹੈ, ਨਾਮ ਦੀ ਸੋਝੀ ਕਰਨੀ ਹੈ, ਫਿਰ ਇੱਕ ਅਰਦਾਸ ਕਰ, ਹਰ ਮੇਲ ਹੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਕਿ ਪ੍ਰਮਾਤਮਾ ਅੱਗੇ ਅਰਦਾਸ ਕਰ, ਸਤਿਗੁਰੂ ਕਿਰਪਾ ਕਰਕੇ ਮੇਰੀ ਵਿਛੜੀ ਰੂਹ ਨੂੰ ਵੇਲ ਲਓ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿਰਪਾ ਕਰਕੇ ਉਸ ਏਕੰਕਾਰ ਦੇ ਲੜ ਲਾ ਦਵੋ। ਏਕੰਕਾਰ ਮੇਰੇ ਮਨ ਦੇ ਵਿੱਚ ਵਸ ਜਾਵੇ, ਇੱਕ ਦੀ ਟੇਕ ਟਿਕ ਜਾਵੇ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਅੱਗੇ ਸਤਿਗੁਰੂ ਬਚਨ ਕਰਦੇ ਨੇ, ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ। ਕਹਿੰਦੇ ਨੇ ਜਿਹੜਾ ਗੁਰੂ ਵੱਲ ਮੁਖ ਕਰਕੇ, ਗੁਰੂ ਦੀ ਸਿੱਖਿਆ ਨੂੰ ਮਨ ਕਰਕੇ ਮਨ ਵਿੱਚ ਵਸਾ ਲਵੇ, ਕਹਿੰਦੇ ਉਹਨਾਂ ਦੀ ਫਿਰ ਸਦਾ ਜੈ ਜੈਕਾਰ ਹੁੰਦੀ ਹੈ। ਉਹਨਾਂ ਦਾ ਸਾਰੇ ਸੰਸਾਰ ਦੇ ਤਖਤੇ ਦੇ ਉੱਤੇ ਡੰਕਾ ਵੱਜਦਾ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸ਼ਬਦ ਦੇ ਵਿੱਚ ਗੁਰੂ ਕਿਆਂ ਸਿੱਖਾਂ ਨੂੰ ਸਿੱਖਿਆ ਦਿੱਤੀ ਹੈ, ਉਹ ਆਪਾਂ ਆਉਣ ਵਾਲੇ ਦਿਨ ਦੇ ਵਿੱਚ ਕੱਲ ਨੂੰ ਸਰਵਣ ਕਰਾਂਗੇ। ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਨ੍ਹਾਂ ਨੇ ਅੱਜ ਰਹਿਮਤ ਕਰਕੇ ਹਾਜ਼ਰੀ ਭਰਵਾਈ। ਕੱਲ ਵੀ ਆਪ ਸਭ ਸੰਗਤਾਂ ਦੇ ਇਸੇ ਤਰ੍ਹਾਂ ਦਰਸ਼ਨ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਉਣ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ, ਇਹਨਾਂ ਦਾ ਧੰਨਵਾਦ। ਆਪ ਸਭ ਸੰਗਤਾਂ ਦਾ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ ਸਤਿਗੁਰੂ ਜੀ ਦਾ। ਆਓ ਇੱਥੇ ਹੀ ਆਪਾਂ ਸਤਿਗੁਰੂ ਦੇ ਅੱਗੇ ਖਿਮਾ ਜਾਚਨਾ ਕਰੀਏ, ਦੋਨੋਂ ਹੱਥ ਜੋੜ ਕੇ ਪ੍ਰੇਮ ਸਹਿਤ ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ। ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ,